ਅੱਜ ਅਸੀਂ ਗੱਲ ਕਰਾਂਗੇ ਕਿ ਇਟ ਇਜ਼ ਐਕਸਪੈਕਟਡ ਕਿ ਐਂਡ ਆਫ ਅਕਤੂਬਰ ਤੱਕ ਗਵਰਨਮੈਂਟ ਜਿਹੜੀ ਹੈ ਖਜ਼ਾਨ ਦਾ ਬਜਟ ਅਨਾਊਂਸ ਕਰੇਗੀ ਤੇ ਉਸ ਵਿੱਚ ਬਾਜ਼ ਚੇਂਜਸ ਇਹੋ ਜਿਹੇ ਆਉਣਗੀਆਂ ਜਿਸ ਦਾ ਸਾਡਾ ਖਿਆਲ ਹੈ ਕਿ ਦੈਟ ਵਿਲ ਅਫੈਕਟ ਯੂ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਕਿਆਸ ਰਾਈ ਇਹ ਹੈ ਕਿ ਗਵਰਨਮੈਂਟ ਇਨਹੈਰੀਟੈਂਸ ਟੈਕਸ ਤੇ ਕੈਪੀਟਲ ਗੇਨਸ ਟੈਕਸ ਨੂੰ ਉਸ ਵਿੱਚ ਕੋਈ ਨਾ ਕੋਈ ਤਬਦੀਲੀ ਲੈ ਕੇ ਆਏਗੀ। ਪਹਿਲੇ ਅਸੀਂ ਕੈਪੀਟਲ ਗੇਨਸ ਟੈਕਸ ਚੈੱਕ ਕਰ ਲੈਂਦੇ ਹਾਂ। ਪਹਿਲੀ ਚੀਜ਼ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਪਹਿਲੇ ਕੈਪੀਟਲ ਗੇਨਸ ਟੈਕਸ ਦੇ ਰੇਟਸ ਅਲਾਇਦਾ ਸਨ, ਉਸਦੇ ਅਲਾਊਂਸਿਸ ਅਲਾਇਦਾ ਸਨ। ਹੁਣ ਇੱਕ ਗੁਫ਼ਤਗੂ ਸ਼ਨੀਦ ਇਹ ਚੱਲ ਰਹੀ ਹੈ ਕਿ ਭਾਈ ਕੈਪੀਟਲ ਗੇਨਸ ਟੈਕਸ ਦੇ ਰੇਟਸ ਇਨਕਮ ਟੈਕਸ ਦੇ ਰੇਟਸ ਦੇ ਨਾਲ ਅਲਾਈਨ ਕਰ ਦਿੱਤੇ ਜਾਣ, ਜਿਸ ਦਾ ਨਤੀਜਾ ਤੁਸੀਂ ਸ਼ਾਰਟ ਲਫ਼ਜ਼ਾਂ ਇਹ ਸਮਝੋ ਕਿ ਜ਼ਿਆਦਾ ਟੈਕਸ ਦੇਣਾ ਪੈ ਜਾਏਗਾ। ਠੀਕ ਹੈ, ਇੱਕ ਤਾਂ ਇਹ ਸਪੈਕੂਲੇਸ਼ਨ ਚੱਲ ਰਹੀ ਹੈ। ਸੈਕਿੰਡ, ਇਨਹੈਰੀਟੈਂਸ ਟੈਕਸ ਦੇ ਉੱਤੇ ਵੀ ਉਹਨਾਂ ਦੀ ਸਪੈਕੂਲੇਸ਼ਨ ਚੱਲ ਰਹੀ ਹੈ, ਗੁਫ਼ਤਗੂ ਸ਼ਨੀਦ ਚੱਲ ਰਹੀ ਹੈ। ਐਂਡ ਵੀ ਸਪੈਕੂਲੇਟ ਦੈਟ ਦੇयर ਵਿਲ ਬੀ ਸਮ ਚੇਂਜਸ ਇਨ ਦ ਕੈਪੀਟਲ ਗੇਨਸ ਟੈਕਸਿਸ, ਖਸੂਸਨ ਜਿਹੜੇ ਲੂਪ ਹੋਲਸ ਨੇ, ਜਿਸ ਤਰ੍ਹਾਂ ਕਿ ਤੁਹਾਡੇ ਐਗਰੀਕਲਚਰਲ ਐਂਡ ਬਿਜ਼ਨਸ ਪ੍ਰੋਪਰਟੀ ਦੇ ਰਿਲੀਫਸ ਨੇ। ਸੁਣਿਆ ਇਹ ਜਾ ਰਿਹਾ ਹੈ ਕਿ ਉਹ ਰਿਲੀਫਸ ਦੇ ਅੰਦਰ ਕੋਈ ਚੇਂਜ ਲਾਉਣਗੇ ਤਾਂ ਕਿ ਵਾਈਡਰ ਟੈਕਸ ਬ੍ਰੈਕਟ ਵਿੱਚ ਇਹ ਲੂਪਸ ਹੋਲਸ ਕਵਰ ਹੋ ਜਾਣ ਅਤੇ ਗੌਰਮੈਂਟ ਨੂੰ ਜ਼ਿਆਦਾ ਟੈਕਸ ਮਿਲੇ। ਤਫਸੀਲਾਤ ਯਕੀਨਨ ਅਸੀਂ ਇੰਤਜ਼ਾਰ ਕਰਾਂਗੇ। ਦੈਨ ਨੋਨ ਡੋਮਿਸਾਈਲ UK ਟੈਕਸ ਪੇਅਰ ਜਿਹੜੇ ਨੇ, ਯਾਨੀ ਕਿ ਉਹ ਲੋਕ ਜਿਹੜੇ UK 'ਚ ਕਮਾਉਂਦੇ ਨੇ ਮਗਰ ਉਹਨਾਂ ਦਾ ਟੈਕਸ ਸਟੇਟਸ UK ਦਾ ਨਹੀਂ ਹੈ, ਦੇ ਆਰ ਨਾਟ ਲਾਇਬਲ ਟੂ ਪੇ ਇਨਕਮ ਔਨ ਦੇਅਰ ਆਲ ਵਰਲਡ ਵਾਈਡ ਇਨਕਮ, ਸਿਰਫ ਉਹ UK ਦੀ ਇਨਕਮ 'ਤੇ ਟੈਕਸ ਪੇ ਕਰਦੇ ਨੇ। ਗੌਰਮੈਂਟ ਇਜ਼ ਕੰਸੀਡਰਿੰਗ ਟੂ ਈਦਰ ਇਨਕਰੀਜ਼ਿੰਗ ਦ ਸਕੋਪ ਐਂਡ ਬ੍ਰਿੰਗ ਦੈਮ ਇਨ ਫॉर ਮੋਰ ਟੈਕਸਿਸ ਜਾਂ ਟੈਕਸ ਰੇਟਸ ਚੇਂਜ ਕਰ ਦਿੱਤੇ ਜਾਣ। ਤਫਸੀਲਾਤ ਲਾਈਕ ਆਈ ਸੈਡ ਵੀ ਵਿਲ expect government to give us by the autumn budget। ਫਿਰ ਇਨਹੈਰੀਟੈਂਸ ਟੈਕਸ ਦਾ ਵੀ, ਜਿਸ ਤਰ੍ਹਾਂ ਅਸੀਂ ਨੋਨ ਡੋਮਿਸਾਈਲ ਦੀ ਗੱਲ ਕੀਤੀ ਉੱਤੇ ਨੋਨ ਡੋਮਿਸਾਈਲ ਇਨਹੈਰੀਟੈਂਸ ਟੈਕਸ ਵਾਸਤੇ ਵੀ ਦੇ ਵਿਲ ਲੁੱਕ ਐਟ ਦ ਪ੍ਰੀਵੀਅਸ 10 ਐਂਡ ਨੈਕਸਟ 10 years ਕਿ ਭਾਈ ਉਸ ਦੇ ਹਿਸਾਬ ਨਾਲ ਕੋਈ ਮੈਕੈਨਿਜ਼ਮ ਕਾਇਮ ਕਰਨ ਤਾਂ ਕਿ ਜ਼ਿਆਦਾ ਲੋਕ ਟੈਕਸ ਬ੍ਰੈਕਟ ਵਿੱਚ ਆ ਸਕਣ ਅਤੇ ਨੋਨ ਡੋਮਿਸਾਈਲਸ ਵੀ ਦੇ ਐਂਡ ਅਪ ਪੇਇੰਗ ਮੋਰ ਟੈਕਸਿਸ ਇਨ UK। ਕੋਪਰੇਸ਼ਨ ਟੈਕਸ ਐਜ਼ ਵੀ ਨੋ ਵਾਜ਼ ਇਨਕਰੀਜ਼ ਲਾਸਟ ਈਅਰ, ਉਹ ਗੌਰਮੈਂਟ ਨੇ 19 ਤੋਂ 25% 'ਤੇ ਕਰ ਦਿੱਤਾ ਸੀ ਫॉर ਬਿਗ ਆਰਗੇਨਾਈਜੇਸ਼ਨਸ। ਉਸ ਵਿੱਚ ਖਾਤਰ ਖੁਆਹ ਕੋਈ ਉਮੀਦ ਨਹੀਂ ਹੈ ਕਿ ਕੋਈ ਚੇਂਜ ਹੋਏਗੀ ਕਿਉਂਕਿ ਲਾਸਟ ਈਅਰ ਹੀ ਸਿਗਨੀਫਿਕੈਂਟ ਚੇਂਜ ਹੋਈ ਸੀ। ਬਟ ਦੇयर ਇਜ਼ ਅ ਪੋਸੀਬਿਲਿਟੀ ਕਿ ਟੈਕਸ ਰਿਲੀਫਸ ਖਸੂਸਨ ਰਿਸਰਚ ਐਂਡ ਡਿਵੈਲਪਮੈਂਟ ਟੈਕਸ ਰਿਲੀਫ ਜਿਹੜਾ ਹੈ ਉਸ 'ਤੇ ਇਫੈਕਟ ਹੋ ਸਕਦਾ ਹੈ। ਗੌਰਮੈਂਟ ਉਹ ਰਿਲੀਫਸ ਨੂੰ ਚੇਂਜ ਕਰ ਸਕਦੀ ਹੈ। ਇਸੀ ਤਰ੍ਹਾਂ ਟੈਕਸ ਰਿਲੀਫਸ ਔਨ ਪੈਨਸ਼ਨ ਸੇਵਿੰਗਸ ਜਿਹੜੇ ਕਿ ਤਕਰੀਬਨ 60 ਲੱਖ ਲੋਕਾਂ ਨੂੰ ਇਫੈਕਟ ਕਰੇਗਾ। ਇਟ ਇਜ਼ ਰਿਕਮੈਂਡਡ ਟੂ ਰਿਡਿਊਸ ਦੈਟ ਰਿਲੀਫ ਫਰੋਮ 40% to 30% 'ਤੇ ਲੈ ਜਾਣ। ਐਂਡ 10% ਡਿਫਰੈਂਸ ਫॉर 6 million people, that means a lot। ऐसे ही लोग लेबर गवर्नमेंट जी कंसिडर कर रही है एक चीज़ जिस ਜਿਹਨੂੰ ਅਸੀਂ अगर कह सकीए डबल डेथ टैक्स, यानी कि ਜਿਹੜੇ कैपिटल गेन्स ਹੋਏਗਾ ਉਹਨਾਂ एसेट्स ਦੀ ਜੋ ਕਿਸੇ ਦੀ ਵਫਾਤ ਦੇ ਬਾਅਦ ਤੁਸੀਂ ਇਨਹੈਰਿਟ ਕਰਦੇ ਹੋ ਉਸ ਦੇ ਉੱਤੇ ਕੈਪੀਟਲ ਗੇਨ ਦੀ ਜਿਹੜੀ ਰੇਸ਼ੋ ਲੱਗੇਗੀ ਜਾਂ ਜਿਹੜਾ ਟ੍ਰੀਟਮੈਂਟ ਹੋਏਗਾ ਉਸ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਸੋ ਇਹ ਸਾਰੀ ਚੀਜ਼ਾਂ ਜਿਹੜੀ ਅਸੀਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ, ਇਹਨਾਂ ਸਭ ਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੁਹਾਡੇ 'ਤੇ ਅਸਰ ਹੋਣਾ ਹੈ। ਇਟ ਇਜ਼ ਐਡਵਾਈਜ਼ੇਬਲ ਕਿ ਤੁਸੀਂ ਆਪਣਾ ਕੋਈ ਵੀ ਫਾਈਨੈਂਸ਼ੀਅਲ ਡਿਸੀਜ਼ਨ ਲੈਣ ਤੋਂ ਪਹਿਲੇ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਡਿਸਕਸ ਕਰੋ ਚੀਜ਼ ਨੂੰ ਕਿ ਭਾਈ ਇਹ ਮੈਂ ਇਨਵੈਸਟਮੈਂਟ ਕਰ ਰਿਹਾ ਇਸ ਦਾ ਅੱਜ ਜਾਂ ਅੱਜ ਤੋਂ 2-3 ਸਾਲ ਬਾਅਦ ਮੇਰੇ ਟੈਕਸਿਸ 'ਤੇ ਕੀ ਫਰਕ ਪੈਣਾ ਹੈ, ਕੀ ਇੰਪੈਕਟ ਹੋਏਗਾ। ਕੰਸਲਟ ਯੂਰ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਕਿ ਤੁਸੀਂ ਇੱਕ ਵੈਲ ਇਨਫੋਰਮਡ ਡਿਸੀਜਨ ਲੈ ਲਓ ਅਤੇ ਉਸਦੇ ਨਤੀਜੇ ਜਿਹੜੀ ਟੈਕਸੇਸ਼ਨ ਜਾਂ ਜਿਹੜੀ ਬਾਕੀ ਇਨਹੈਰੀਟੈਂਸ ਟੈਕਸ ਜਾਂ ਬਾਕੀ ਸਭ ਕੁਝ ਜਿਹੜੇ ਇੰਪੈਕਟ ਹੋਏਗਾ ਯੂ ਆਰ ਅਵੇਅਰ ਆਫ ਇਟ ਐਂਡ ਯੂ ਹੈਵ ਕਵਰਡ ਇਟ। ਫਿਲਹਾਲ ਇਤਨਾ ਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਪਡੇਟ ਰੱਖੀਏ ਤਮਾਮ ਟੈਕਸ ਦੀ ਮਾਲੂਮਾਤ ਨਾਲ ਐਜ਼ ਐਂਡ ਵੈਨ ਦੇ ਕਮ ਐਂਡ ਐਨੀ ਚੇਂਜਸ ਵੀਲ ਕੀਪ ਯੂ ਅਪਡੇਟਡ। ਸ਼ੁਕਰੀਆ।